मैं तुहानूं रीढ़ दी हड्डी दे बारे दसना चाहना कि रीढ़ दी हड्डी किदां बनी हुंदी है ते इहदा की फंक्शन हुंदा है। सारे शरीर च जिहड़ी स्पाइन हुंदी है, स्पाइनल कॉर्ड जिहनूं कहंदे आ, इह मणकिਆਂ नाल बनी हुंदी है। मणके चौरस जे हुंदे आ, इह मैं तुहानूं बना के दसदा जिद्दां इह चौरस इह मणके हुंदे आ। साडे शरीर च 33 ਦੇ ਲਾਗੇ ਤੱਕ ਮਣਕੇ ਹੁੰਦੇ ਆ, ਕਈ ਜੁੜੇ ਹੁੰਦੇ ਆ, ਕਈ ਫ੍ਰੀ ਹੁੰਦੇ ਆ। ਇਹ ਫ੍ਰੀ ਮਣਕੇ ਇਦਾਂ ਚੌਰਸ ਜਿਹੇ ਹੁੰਦੇ ਆ। ਇਹ ਅਗਲਾ ਪਾਸਾ ਹੈ, ਢਿੱਡ ਵਾਲਾ ਪਾਸਾ। ਇਹ ਪਿਛਲਾ ਪਾਸਾ, ਬੈਕ ਵਾਲਾ ਪਾਸਾ। ਠੀਕ ਹੈ ਜੀ। ਇਹਦੇ ਵਿਚਕਾਰ ਇਹ ਮਣਕੇ ਚੌਰਸ ਹੁੰਦੇ ਆ, ਇਹਦੇ ਪਿੱਛੇ ਹੱਡੀ ਬਣੀ ਹੁੰਦੀ ਹੈ ਜਿਹੜੀ ਤੁਹਾਨੂੰ ਫੀਲ ਹੁੰਦੀ ਹੈ। ਪਿੱਠ ਤੇ ਤੁਸੀਂ ਹੱਥ ਲਾਓ ਨਾ ਤੇ ਇਹ ਤੁਹਾਨੂੰ ਹੱਡੀ ਇਧਰੋਂ ਫੀਲ ਹੋਊਗੀ। ਇਹ ਇੱਕੋ ਪਾਰਟ ਹੈਗਾ ਮਣਕਿਆਂ ਦਾ। ਇਹ ਹੱਡੀ ਐ ਜੁੜੀ ਹੁੰਦੀ ਹੈ ਇਦਾਂ ਕਰਕੇ ਹਰ ਲੈਵਲ ਤੇ। ਸੋ ਇਹ ਮਣਕੇ ਹੋ ਗਏ ਸੈਪਰੇਟ ਮਣਕੇ। ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਹੁਣ ਡਿਸਕ ਕਿਹੜਾ ਹੁੰਦਾ ਹੈ। ਸੋ ਆਹ ਜਿਹੜਾ ਏਰੀਆ ਹੈਗਾ ਜਿਹੜਾ ਮੈਂ ਰੈਡ ਨਾਲ ਬਣਾਉਂਦਾ ਪਿਆ, ਆਹ ਡਿਸਕ ਹੈਗਾ। ਸੋ ਹਰ ਲੈਵਲ ਤੇ ਦੋ ਮਣਕਿਆਂ ਦੇ ਵਿਚਕਾਰ ਡਿਸਕ ਹੁੰਦਾ ਹੈ। ਡਿਸਕ ਦਾ ਕੰਮ ਹੈਗਾ ਕਿ ਇਹਨੂੰ ਕੁਸ਼ਨਿੰਗ ਦੇਣੀ ਤਾਂ ਕਿ ਜਦ ਤੁਰਦੇ ਹੋ ਤੇ ਇਹ ਮਣਕੇ ਇੱਕ ਦੂਜੇ ਨਾਲ ਵੱਜਦੇ ਨੇ ਤੇ ਇਹ ਕੁਸ਼ਨ ਦਾ ਕੰਮ ਕਰਦੇ ਆ। ਜਦ ਜੰਪ ਕਰਦੇ ਹੋ ਤਾਂ ਵੀ ਇਹ ਕੁਸ਼ਨ ਸ਼ੌਕ ਅਬਜ਼ਰਵਰ, ਜਿੱਦਾਂ ਗੱਡੀਆਂ 'ਚ ਸ਼ੌਕ ਅਬਜ਼ਰਵਰ ਲੱਗੇ ਹੁੰਦੇ ਆ, ਉੱਦਾਂ ਹੀ ਇਹ ਡਿਸਕ ਸ਼ੌਕ ਅਬਜ਼ਰਵਰ ਦਾ ਕੰਮ ਕਰਦੇ ਆ। ਇਹ ਮਣਕਿਆਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਸਹਿੰਦੇ। ਹੁਣ ਮੈਂ ਦੱਸਾਂ ਕਿ ਨਾੜਾ ਕਿੱਥੋਂ ਜਾਂਦੀ ਹੈ। ਇਹ ਪਿੱਛੇ ਜਿਹੜਾ ਮੈਂ ਇਹ ਬਣਾਇਆ, ਇਹ ਹੱਡੀ ਇਦਾਂ ਜੁੜੀ ਹੁੰਦੀ ਹੈ, ਇਹਦੇ ਦੂਜੇ ਪਾਸੇ ਵੀ ਜੁੜੀ ਹੁੰਦੀ ਹੈ। ਸੋ ਇਹ ਤਕਰੀਬਨ ਪਾਈਪ ਜੀ ਬਣ ਜਾਂਦੀ ਹੈ। ਮੈਂ ਤੁਹਾਨੂੰ ਜੇ ਪੂਰਾ ਫੁੱਲ ਬਣਾ ਕੇ ਦਿਖਾਵਾਂ, ਇਹ ਦੂਜੇ ਪਾਸੇ ਮੈਂ ਬਣਾ ਰਿਹਾ ਡਾਟਡ 'ਚ। ਇਹ ਇਦਾਂ ਹੀ, ਇਹ ਲੈਫਟ ਸਾਈਡ ਦਾ ਹੋ ਗਿਆ ਤੇ ਉਹ ਰਾਈਟ ਸਾਈਡ ਦਾ, ਜਾਂ ਉਹ ਰਾਈਟ ਸਮਝ ਲਓ ਤੇ ਇਹਨੂੰ ਲੈਫਟ ਸਮਝ ਲਓ, ਇਦਾਂ ਕਰਕੇ। ਸੋ ਜਿਹੜੀ ਨਾੜਾਂ ਹੁੰਦੀਆਂ ਇਹ ਬਹੁਤ ਬਰੀਕ ਹੁੰਦੀਆਂ, ਜਿੱਦਾਂ ਆਪਣੇ ਵਾਲ ਹੁੰਦੇ ਆ, ਵਾਲਾਂ ਉਹ ਤੋਂ ਹੀ ਬਰੀਕ ਹੁੰਦੀ ਹੈ। ਇੱਕ ਵਾਲ 'ਚ ਵੀ ਸਮਝ ਲਓ 1 ਮਿਲੀਅਨ ਨਾੜਾਂ। ਸੋ ਇੰਨੀ ਬਰੀਕ ਹੁੰਦੀਆਂ। ਸੋ ਇਹ ਮਣਕਿਆਂ ਦੇ ਪਿਛਲੇ ਬੰਨੋਂ ਜਾਂਦੀਆਂ ਨਾੜਾਂ, ਇਦਾਂ ਕਰਕੇ ਇਹ ਨਾੜਾਂ ਜਾਂਦੀਆਂ ਇੰਨੀ ਬਰੀਕ ਬਰੀਕ। ਸੋ ਹਰ ਲੈਵਲ ਤੇ ਹਰ ਦੋ ਮਣਕੇ ਦੇ ਵਿਚਕਾਰ ਦੀ ਇੱਕ ਨਾੜ ਇਹ ਅੱਗੇ ਨੂੰ ਚਲੇ ਜਾਂਦੀ ਹੈ, ਇਦਾਂ ਕਰਕੇ। ਇਦਾਂ ਕਰਕੇ। ਸੋ ਇਹ ਨਾੜ ਜੇ ਤੁਸੀਂ ਗਰਦਨ 'ਚ ਸਮਝਦੇ ਪਏ ਹੋ ਤੇ ਫਿਰ ਬਾਹਾਂ 'ਚ ਚਲੇ ਜਾਣਗੀਆਂ। ਜੇ ਤੁਸੀਂ ਆਪਣੀ ਬੈਕ ਦੀ ਗੱਲ ਕਰ ਰਹੇ ਹੋ ਤੇ ਇਹ ਨਾੜਾਂ ਸਾਰੀਆਂ ਇਕੱਠੀਆਂ ਹੋ ਕੇ ਅੱਗੇ ਜੁੜ ਕੇ ਇਹ ਲੱਤ ਵੱਲ ਚਲੇ ਜਾਣਗੀਆਂ, ਜਾਂ ਬਾਂਹ 'ਚ ਤੇ ਜਾਂ ਲੱਤ 'ਚ। ਹੁਣ ਪ੍ਰੋਬਲਮ ਕੀ ਆਉਂਦੀ ਹੈ? ਪ੍ਰੋਬਲਮ ਆਉਂਦੀ ਹੈ ਕਿ ਜੇ ਅਸੀਂ ਦੇਖੀਏ ਡਿਸਕ ਇਹਨੂੰ ਕਹਿੰਦੇ, ਡਿਸਕ ਨਿਕਲ ਗਿਆ, ਡਿਸਕ ਪ੍ਰੈਸ ਕਰਦਾ ਪਿਆ। ਸੋ ਆਹ ਡਿਸਕ ਹੈ। ਸੋ ਜੇ ਕਿਸੇ ਕਾਰਨਵਸ਼ ਐਕਸੀਡੈਂਟ ਕਰਕੇ ਜਾਂ ਕੋਈ ਸੱਟ ਲੱਗੇ ਜਾਂ ਫਿਰ ਕੋਈ ਅਬਨੋਰਮਲ ਪੋਸਚਰ ਜਾਂ ਕੋਈ ਭਾਰੀ ਚੀਜ਼ ਚੱਕੀ ਹੋਏ ਜਾਂ ਕਈ ਵਾਰੀ ਛਿੱਕ ਮਾਰਨ ਨਾਲ ਹੀ ਇਹ 'ਚ ਪ੍ਰੈਸ਼ਰ ਵੱਧ ਜਾਂਦਾ ਹੈ। ਇਹਦੇ ਅੰਦਰ ਹਲਕਾ ਜਿਹਾ ਫਲੂਇਡ ਹੁੰਦਾ ਹੈ। ਸੋ ਇਹਦੇ ਅੰਦਰ ਪ੍ਰੈਸ਼ਰ ਵੱਧ ਜਾਂਦਾ ਤੇ ਇਹ ਬਾਹਰ ਨਿਕਲ ਆਉਂਦਾ ਹੈ। ਸੋ ਇਸ ਨਾੜ ਨੂੰ ਇਹ ਪ੍ਰੈਸ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਬਾਹਰ ਨਿਕਲ ਆਇਆ, ਨਾੜ ਨੂੰ ਇਹਨੇ ਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ। ਸੋ ਜਿਹੜੀ ਨਾੜ ਪ੍ਰੈਸ ਹੋ ਗਈ, ਜੇ ਇਹ ਨਾੜ ਇਹ ਥੱਲੇ ਜਾ ਕੇ ਲੱਤ ਨੂੰ ਜਾ ਰਹੀ ਹੈ ਤੇ ਉਹ ਲੱਤ ਦਰਦ ਕਰਨੀ ਸ਼ੁਰੂ ਕਰ ਜਾਊਗੀ। ਕਈ ਵਾਰੀ ਇਹ ਡਿਸਕ ਹੈਗਾ ਇਹ ਉੱਤੇ ਨੂੰ ਨਿਕਲ ਜਾਂਦਾ ਹੈ ਤੇ ਇਸ ਨਾੜ ਨੂੰ ਪ੍ਰੈਸ ਕਰਨਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰੀ ਇਹ ਪੂਰਾ ਹੀ ਵੱਡਾ ਡਿਸਕ ਨਿਕਲ ਆਉਂਦਾ ਹੈ ਤੇ ਇਹ ਸਾਰੀ ਨਾੜਾਂ ਨੂੰ ਪ੍ਰੈਸ ਕਰ ਦਿੰਦਾ ਹੈ। ਉਸ ਟਾਈਮ ਤੁਹਾਡੀ ਦੋਨੋਂ ਲੱਤਾਂ ਸੌ ਜਾਣਗੀਆਂ ਤੇ ਕਈ ਵਾਰੀ ਟੱਟੀ ਪਿਸ਼ਾਬ ਦਾ ਕੰਟਰੋਲ ਵੀ ਖਤਮ ਹੋ ਜਾਂਦਾ ਹੈ। ਸੋ ਇਹ ਡਿਪੈਂਡ ਕਰਦਾ ਹੈ ਡਿਸਕ ਕਿਹੜੀ ਸਾਈਡ, ਰਾਈਟ ਸਾਈਡ ਨਿਕਲਿਆ, ਲੈਫਟ ਸਾਈਡ ਨਿਕਲਿਆ, ਕਿ ਉੱਤੇ ਨੂੰ ਗਿਆ ਹੈ ਕਿ ਥੱਲੇ ਨੂੰ ਗਿਆ ਹੈ, ਕਿਹੜੀ ਨਾੜ ਨੂੰ ਪ੍ਰੈਸ ਕਰਦਾ ਪਿਆ, ਉਦੋਂ ਦਾ ਹੀ ਤੁਹਾਡਾ ਇਹ ਸਿੰਪਟਮ ਤੁਹਾਨੂੰ ਲੱਗਣਗੇ। ਹੁਣ ਮੈਂ ਤੁਹਾਨੂੰ ਦੂਜਾ ਸੈਕਸ਼ਨ ਦਿਖਾਉਣਾ ਜੋ ਅਸੀਂ ਕੱਟ ਸੈਕਸ਼ਨ ਕਹਿੰਦੇ ਆ। ਇਹ ਮਣਕਿਆਂ ਦੇ ਜਿਹੜਾ ਮੈਂ ਚੌਰਸ ਬਣਾਇਆ ਸੀਗਾ, ਇਹ ਮਣਕੇ ਦੀ ਬੋਡੀ ਕਹਿੰਦੇ ਆ। ਇਹ ਇਧਰੋਂ ਕਨਕੇਵ ਹੁੰਦੀ ਹੈ ਐਂ ਕਰਕੇ। ਇਹਦੇ ਨਾਲ ਹੀ ਇਹ ਹੱਡੀ ਬਣੀ ਹੋਈ ਹੈ ਜਿਹੜਾ ਮੈਂ ਤੁਹਾਨੂੰ ਪਾਈਪ ਦੱਸਿਆ ਸੀਗਾ। ਇਹ ਪਿੱਛੇ ਜਾ ਕੇ ਇਹ ਇਦਾਂ ਜਾ ਕੇ ਇਹ ਜਿਹੜੀ ਮੈਂ ਤੁਹਾਨੂੰ ਪਾਈਪ ਦਿਖਾਈ ਸੀਗੀ, ਇਹ ਦੋ ਕੰਨ ਜਿਹਨੂੰ ਅਸੀਂ ਟ੍ਰਾਂਸਵਰਸ ਪ੍ਰੋਸੈਸ ਕਹਿੰਦੇ ਆ, ਉਹ ਇਦਾਂ ਦੇ ਬਣੇ ਹੁੰਦੇ ਆ। ਇਹ ਪਾਰਟ ਹੈਗਾ ਸਕਿਨ ਦਾ, ਪਿੱਛੋਂ ਜਿਹੜੀ ਸਕਿਨ ਆਉਂਦੀ ਹੈ। ਇਹ ਪਾਰਟ ਤੁਸੀਂ ਟੱਚ ਕਰਕੇ ਤੁਸੀਂ ਫੀਲ ਕਰਦੇ ਹੋ ਬੈਕ ਤੇ। ਇਹ ਅੱਗੇ ਪੇਟ ਆ ਗਿਆ, ਇਹ ਬੋਡੀ ਹੈ, ਇਹਦੇ ਉੱਤੇ ਡਿਸਕ ਵੀ ਆਉਂਦਾ ਇਦਾਂ ਕਰਕੇ। ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਨਾੜਾਂ ਦੱਸੀਆਂ ਸੀਗੀਆਂ, ਬਰੀਕ ਬਰੀਕ ਨਾੜਾਂ ਇੱਥੇ ਹੁੰਦੀਆਂ, ਕੁਝ ਕਵਰਿੰਗ ਦੇ ਵਿੱਚ ਹੁੰਦੀਆਂ,
ਜਿਹਨੂੰ ਅਸੀਂ ਡਿਊਰਾ ਕਹਿੰਦੇ ਬਰੀਕ ਬਰੀਕ ਨਾੜਾਂ ਕੁਝ ਕਵਰਿੰਗ ਦੇ ਬਾਹਰ ਹੁੰਦੀਆਂ, ਡਿਪੈਂਡ ਕਰਦਾ ਕਿਹੜੇ ਲੈਵਲ ਤੇ ਤੁਸੀਂ ਦੇਖਦੇ ਪਏ ਹੋ। ਹੁਣ ਅਸੀਂ ਬਣਾਉਣਾ ਸੀ ਡਿਸਕ। ਡਿਸਕ ਕਿੱਥੇ ਹੈਗਾ? ਡਿਸਕ ਇਹ ਵਾਲਾ ਏਰੀਆ ਡਿਸਕ ਹੈਗਾ, ਦੋ ਮਣਕਿਆਂ ਦੇ ਵਿਚਕਾਰ। ਇਹਦੇ ਉੱਤੇ ਵੀ ਇੱਕ ਮਣਕਾ, ਇਹਦੇ ਥੱਲੇ ਵੀ ਇੱਕ ਮਣਕਾ। ਸੋ ਵਿਚਲਾ ਏਰੀਆ ਆ ਡਿਸਕ ਹੋ ਗਿਆ। ਹੁਣ ਇਹ ਆ ਗਿਆ ਰਾਈਟ ਸਾਈਡ, ਇਹ ਹੋ ਗਿਆ ਲੈਫਟ ਸਾਈਡ। ਸੋ ਪ੍ਰੋਬਲਮ ਕੀ ਆਉਂਦੀ ਹੈ? ਪ੍ਰੋਬਲਮ ਆਉਂਦੀ ਹੈ ਕਿ ਜੇ ਡਿਸਕ ਬਾਹਰ ਨਿਕਲ ਆਏ, ਨਰਵ ਨੂੰ ਪ੍ਰੈਸ ਕਰਨਾ ਸ਼ੁਰੂ ਕਰਦਾ ਹੈ। ਜੇ ਤਾਂ ਸੈਂਟਰ 'ਚ ਆ ਗਿਆ ਤੇ ਸੈਂਟਰ ਵਾਲੀ ਨਰਵ ਨੂੰ ਪ੍ਰੈਸ ਕਰੂਗਾ ਤੇ ਤੁਹਾਡੀ ਬੈਕ ਪੇਨ ਸਟਾਰਟ ਹੋ ਜਾਏਗੀ, ਜਾਂ ਕਈ ਵਾਰੀ ਲੱਤਾਂ 'ਚ ਦਰਦ ਜਾਊਗੀ। ਜੇ ਇਹ ਡਿਸਕ ਨਿਕਲ ਆ ਗਿਆ ਰਾਈਟ ਸਾਈਡ ਤੇ, ਇਹ ਨਰਵ ਨੂੰ ਪ੍ਰੈਸ ਕਰਤਾ, ਇਹ ਜਿਹੜੀ ਨਾੜ ਪਈ ਸੀਗੀ। ਸੋ ਇਹ ਨਾੜ ਕੀ ਹੁੰਦੀ ਹੈ? ਆਪਣੇ ਆਪ ਨੂੰ ਬਚਾਉਣ ਲਈ ਇਹ ਥੋੜੀ ਜਿਹੀ ਸਾਈਡ ਤੇ ਆ ਜਾਂਦੀ ਹੈ ਇਸ ਜਗ੍ਹਾ ਤੇ। ਸੋ ਇਹ ਦਰਦ ਤੁਹਾਨੂੰ ਰਾਈਟ ਸਾਈਡ ਤੇ ਆ ਜਾਊਗੀ ਜੇ ਇਹ ਰਾਈਟ ਵਾਲੀ ਨਰਵ ਪ੍ਰੈਸ ਹੋਈ। ਜੇ ਇਹ ਲੈਫਟ ਵਾਲੀ ਨਰਵ ਪ੍ਰੈਸ ਹੋਈ ਫਿਰ ਇਹ ਦਰਦ ਲੈਫਟ ਸਾਈਡ ਹੋ ਜਾਏਗੀ। ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਡਿਸਕ ਹੁੰਦਾ ਹੈ ਇੰਨੀ ਵੱਡਾ ਤੇ ਜ਼ੋਰ ਦੀ ਨਿਕਲਦਾ ਹੈ, ਇਹ ਸਾਰਾ ਇਹਨਾਂ ਡਿਸਕ ਬਾਹਰ ਨਿਕਲਿਆ ਹੈ ਕਿ ਜਿਹੜੀ ਇਹ ਨਾੜ ਹੈਗੀ ਆ ਇਹ ਬਲੂ ਰੰਗ ਦੀ, ਇਹ ਇੱਥੇ ਬਲੂ ਦੀ ਜਗ੍ਹਾ ਹੁਣ ਇਹ ਪਿਚਕ ਕੇ ਇੱਥੇ ਪੈ ਜਾਂਦੀ ਹੈ, ਇੰਨੀ ਜਿਹੀ ਲੱਗੀ। मैं तुम नेक्स्ट MRI से दिखाऊंगा, या फिर ये सारी MRI मैं तुम गाइड करांगा, दिखाऊंगा, शो करांगा कि ये एक्चुअल च इदा होंदा है। हुण जिहड़ा ये डिस्क है जे इन्ना बड़ा निकला या इस नाड़ नूं प्रेस करता, इस नाड़ नूं प्रेस करता, जे राइट साइड प्रेस हो गया राइट साइड की दर्द हो जाएगी, लत्त वाल या बांह वाल। जे नैक च होएगा तो बांह वाल जाएगी, जे बैक च होएगी तो लत्त वाल जाएगी दर्द। जे लेफ्ट साइड प्रेस हो गया तो लेफ्ट साइड की लिम्ब, अपर लिम्ब या लोअर लिम्ब, लत या बांह, वो दर्द करनी शुरू कर दोगे। जे सेंटर पे है तो फिर बैक पेन बहुत ज्यादा हो जाएगी। सो जे नाड़ इन्नी ज्यादा पिचक जाए या फिर ये जी नर्व है ये बहुत ज्यादा प्रेशर हो जाए, फिर सानू ये डिस्क कटना पैंदा है। आम तौर पर जे छोटा जिहा होए तो ਉਹਦੇ ਚ ਕੱਢਣ ਦੀ ਲੋੜ ਨਹੀਂ ਪੈਂਦੀ, ਉਹ ਉਦਾਂ ਹੀ ਠੀਕ ਹੋ ਜਾਂਦਾ ਹੈ। ਹੁਣ ਮੈਂ ਤੁਹਾਨੂੰ ਐਕਸਰੇ ਦਿਖਾਣਾ, ਜਿਹੜਾ ਮੈਂ ਤੁਹਾਨੂੰ ਡਰਾ ਕਰਕੇ ਦੱਸਿਆ ਸੀਗਾ, ਜਿਹੜੇ ਚੌਰਸ ਮਣਕੇ ਦੇ ਵਿੱਚ ਡਿਸਕ ਦਿਖਾਈ ਸੀਗੀ, ਮੈਂ ਡਿਸਕ ਸਪੇਸ ਦਿਖਾਈ ਸੀਗੀ ਤੇ ਮੈਂ ਦੱਸਿਆ ਸੀਗਾ ਨਾੜਾ ਕਿੱਥੋਂ ਕਿੱਥੋਂ ਜਾ ਰਹੀਆਂ। ਉਹ ਮੈਂ ਤੁਹਾਨੂੰ ਹੁਣ ਐਕਸਰੇ ਦਿਖਾਣਾ ਕਿ ਐਕਸਰੇ 'ਚ ਉਹ ਕਿੱਦਾਂ ਨਜ਼ਰ ਆਉਂਦਾ ਹੈ। ਹੁਣ ਇਹ ਹੈਗਾ ਐਕਸਰੇ ਬੈਕ ਦਾ। ਮੈਂ ਤੁਹਾਨੂੰ ਇਨਲਾਰਜ ਕਰਕੇ ਦੱਸਣਾ ਇਹਨੂੰ, ਇਹ ਮੈਨੂੰ ਇਲਾਜ ਕਰਕੇ ਦੱਸਿਆ। ਲੋਅਰ ਬੈਕ 'ਚ 5 ਮਣਕੇ ਅਸੀਂ ਮੰਨਦੇ ਨੇ, ਇਹ 5th 4th 3rd 2 1, ਇਹ ਉਤਲਾ ਪਿੱਠ ਦਾ ਆ ਗਿਆ, ਇਹ ਨੀਚੇ ਸੇਕਮ ਬਣ ਜਾਂਦਾ ਹੈ, ਇਹ ਤਿਕੋਣਾ ਜਿਹਾ ਹੁੰਦਾ ਹੈ, ਇਹ ਸੇਕਮ ਬਣ ਜਾਂਦਾ ਹੈ, ਬਾਕੀ ਸਾਰੇ ਚੌਰਸ ਮਣਕੇ ਨੇ। ਸੋ ਇਹਨਾਂ ਮਣਕੇ ਦੇ ਵਿਚਕਾਰ ਤੁਸੀਂ ਦੇਖੋਗੇ ਇਹ ਡਿਸਕ ਸਪੇਸ ਹੈਗੀ, ਜਿਹੜੀ ਮੈਂ ਤੁਹਾਨੂੰ ਦੱਸੀ ਸੀ ਰੈੱਡ ਰੰਗ ਨਾਲ ਬਣਾ ਕੇ, ਇਹ ਡਿਸਕ ਹੁੰਦਾ, ਇੱਥੇ ਵੀ ਡਿਸਕ ਹੁੰਦਾ, ਇੱਥੇ ਵੀ ਡਿਸਕ ਹੈ। ਤੇ ਜਿਹੜੀ ਬਲੂ ਰੰਗ ਦੀ ਨਾੜਾਂ ਮੈਂ ਦਿਖਾਈ ਸੀਗੀ ਉਹ ਇੱਧਰੋਂ ਜਾਂਦੀ ਹੈ ਮਣਕੇ ਦੇ ਪਿੱਛੋਂ ਦੀ। ਇਹ ਪਿਛਲੀ ਹੱਡੀ ਮੈਂ ਬਣਾਈ ਸੀਗੀ, ਇਧਰ ਸਕਿਨ ਹੈ, ਮੈਂ ਤੁਹਾਨੂੰ ਕਲਰ ਚੇਂਜ ਕਰਕੇ ਦੱਸਣਾ ਕਿ ਸਕਿਨ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਐਕਸਰੇਜ਼ ਤੇ ਕੰਟਰਾਸਟ ਚੇਂਜ ਕਰੋ। ਆਹ ਸਕਿਨ ਆ ਗਈ ਬੈਕ ਦੀ, ਤੁਸੀਂ ਜਿਹੜਾ ਟੱਚ ਕਰਦੇ ਹੋ ਇੱਥੋਂ ਟੱਚ ਕਰਕੇ ਇਹ ਵਾਲੀ ਹੱਡੀ ਫੀਲ ਕਰਦੇ ਹੋ, ਤੁਸੀਂ ਟੱਚ ਕਰਕੇ ਕਦੀ ਇਹ ਵਾਲਾ ਮਣਕਾ ਫੀਲ ਨਹੀਂ ਕਰ ਸਕਦੇ, ਇਹ ਪੇਟ ਵਾਲੀ ਜਗ੍ਹਾ ਆ ਗਈ, ਇਹ ਅੰਤੜੀਆਂ ਹੈਗੀਆਂ। ਹੁਣ ਮੈਂ ਇਹਦਾ ਕਲਰ ਚੇਂਜ ਕਰਕੇ ਤੁਹਾਨੂੰ ਦੱਸਦਾ। ਆਹ ਸਕਿਨ ਆ ਗਈ, ਇਹ ਜਿਹੜੀ ਹੱਡੀਆਂ ਤੁਸੀਂ ਵਾਚ ਕਰਦੇ ਸੀਗੇ ਪਹਿਲਾਂ, ਟੱਚ ਕਰਦੇ ਸੀਗੇ, ਜਿਹੜੀ ਮੈਂ ਬਣਾਈ ਸੀਗੀ। ਹੁਣ ਮੈਂ ਤੁਹਾਨੂੰ ਮਣਕੇ ਦਿਖਾਣਾ ਕਲੋਜ਼-ਅਪ ਕਰਕੇ। ਆਹ ਚੌਰਸ ਮਣਕੇ ਵਿੱਚ ਇਹ ਡਿਸਕ ਸੀਗਾ, ਇਹਨਾਂ ਨੂੰ ਅਸੀਂ ਮੈਜਰ ਕਰਦੇ ਹੁੰਦੇ ਹਾਂ। ਇਹ ਆ ਗਿਆ 14.1, ਆਲਮੋਸਟ ਸੇਮ ਹੀ ਹੋਣਾ ਚਾਹੀਦਾ, 16 1 2 ਤੇ ਥੱਲੇ ਦਾ ਕੋਈ ਫਰਕ ਨਹੀਂ ਪੈਂਦਾ, ਇੱਕਦਮ ਹੁੰਦਾ 14 ਤੇ ਤਕਰੀਬਨ ਦੇਖੋ ਸੇਮ ਹੀ ਹੈਗੇ। ਇੱਥੇ ਮੈਂ ਜੇ ਦੇਖਾਂ ਇਹ ਆਉਂਦਾ 10, ਸੋ 10 ਥੋੜਾ ਜ਼ਿਆਦਾ ਡਿਫਰੈਂਸ ਆ ਗਿਆ, 0.4 mm ਦਾ ਡਿਫਰੈਂਸ ਆ ਗਿਆ। ਇਹਦਾ ਮਤਲਬ ਕਿ ਇਹ ਜਿਹੜਾ ਮਣਕਾ ਹੈ ਇਹ ਦੋਨੋਂ ਕਲੋਜ਼ ਆ ਗਏ ਤੇ ਵਿੱਚ ਜਿਹੜਾ ਡਿਸਕ ਸੀਗਾ ਉਹ ਪਿਚਕ ਗਿਆ। ਪਿਚਕਣ ਦਾ ਮਤਲਬ ਕਿ ਉਹ ਥੋੜਾ ਜਿਹਾ ਪਿੱਛੇ ਨੂੰ ਨਿਕਲ ਗਿਆ ਹੋਣਾ ਹੈ। ਸੋ ਜਿਹੜੀ ਨਾੜਾ ਜਾ ਰਹੀ ਹੈ ਉਹਨੂੰ ਹਲਕਾ ਜਿਹਾ ਪ੍ਰੈਸ ਕਰਦਾ ਕਰੋ। ਇਹ ਮੈਂ ਸਿਰਫ ਇਮੈਜਿਨ ਕਰ ਰਿਹਾ, ਮੈਂ ਡਿਸਕ ਨੂੰ ਦੇਖ ਨਹੀਂ ਸਕਦਾ ਐਕਸਰੇ 'ਚ। ਐਕਸਰੇ 'ਚ ਸਿਰਫ ਹੱਡੀਆਂ ਨਜ਼ਰ ਆਉਂਦੀਆਂ ਤੇ ਥੋੜਾ ਜਿਹਾ ਸੌਫਟ ਟਿਸ਼ੂ ਨਜ਼ਰ ਆਏਗਾ, ਪਰ ਜਿਹੜੇ ਨਰਵਸ ਹੈਗੀਆਂ ਤੇ ਡਿਸਕ ਹੈ ਇਹ ਮੈਂ ਸਿਰਫ ਇਮੈਜਿਨ ਕਰ ਸਕਦਾ, ਮੈਂ ਦੇਖ ਨਹੀਂ ਸਕਦਾ ਐਕਸਰੇ 'ਚ। ਸੋ ਐਕਸਰੇ ਦੀ ਆਪਣੀ ਲਿਮਿਟੇਸ਼ਨ ਹੁੰਦੀ ਹੈ। ਫਿਰ ਸਾਨੂੰ MRI ਕਰਨੀ ਪੈਂਦੀ, ਜੇ ਸਾਨੂੰ ਪੂਰਾ ਕਨਫਰਮ ਕਰਨਾ ਹੋਵੇ ਕਿ ਡਾਇਗਨੋਸਿਸ ਕੀ ਹੈ, ਉਹਦੇ ਵਾਸਤੇ ਸਾਨੂੰ MRI ਕਰਨੀ ਪੈਂਦੀ ਹੈ।
ਜੇ ਮੈਂ ਹੋਰ ਇਲਾਜ ਕਰਾਂ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਕਿ ਜਿੱਦਾਂ ਮੈਂ ਡਾਇਗਰਾਮ ਬਣਾਇਆ ਸੀਗਾ ਇਹ ਬਿਲਕੁਲ ਉੱਦਾਂ ਦਾ ਉੱਦਾਂ ਹੀ ਹੈਗਾ। ਜਿਹੜਾ ਮੈਂ ਤੁਹਾਨੂੰ ਹੁਣ ਦਿਖਾਇਆ ਸੀਗਾ ਡਰਾ ਕਰਕੇ ਤੇ ਐਕਸਰਸਾਈਜ਼ ਦਿਖਾਈ ਸੀਗੇ ਸਪਾਈਨ ਦੇ, ਹੁਣ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ MRI ਕਿ ਇੱਕ ਬੈਕ ਦੀ MRI ਕਿੱਦਾਂ ਨਜ਼ਰ ਆਉਂਦੀ ਹੈ, ਕਿੱਦਾਂ ਤੁਸੀਂ ਦੇਖ ਸਕਦੇ ਹੋ ਡਿਸਕ ਕੀ ਹੁੰਦਾ ਹੈ, ਨਰਵਸ ਕਿੱਥੋਂ ਕਿੱਥੋਂ ਜਾਂਦੀਆਂ ਤੇ ਜਿਹੜੀ ਸਪਾਈਨਲ ਕਾਰਡ ਕਿੱਥੇ ਹੁੰਦੀ ਹੈ, ਮਣਕੇ ਕਿੱਥੇ ਹੁੰਦੇ ਆ, ਇਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ। ਇੱਕ ਪੇਸ਼ੈਂਟ ਦੀ MRI ਹੈ। ਹੁਣ ਜੇ ਮੈਂ ਇਹਨੂੰ ਥੋੜਾ ਜਿਹਾ ਮੈਂ ਇਲਾਜ ਕਰ ਦੇਣਾ ਇਹਨੂੰ। ਹਾਂਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮਣਕੇ ਹੁੰਦੇ ਨੇ, ਚੌਰਸ ਮਣਕੇ ਹੁੰਦੇ ਨੇ। ਆਹ ਚੌਰਸ ਔਰੇਂਜ ਵਾਲੇ ਇਹ ਚੌਰਸ ਮਣਕੇ ਨੇ। ਸੋ ਲੋਅਰ ਬੈਕ 'ਚ 5 ਮਣਕੇ ਹੁੰਦੇ ਨੇ, 5th 4 3 2 1। ਇਹ ਥੋਰੈਕਸ ਚਲਾ ਗਿਆ, ਜੇ ਪਿੱਠ 'ਚ ਇਹ ਨੀਚੇ ਸੇਕਰਮ ਬਣ ਜਾਂਦਾ, ਜਿਹੜੀ ਟੇਲ ਬੋਨ ਕਹਿੰਦੇ ਆ। ਇਹ 4 ਮਣਕੇ ਜੁੜੇ ਹੁੰਦੇ ਆ। ਸੋ ਇਹ ਮਣਕਿਆਂ ਦੇ ਵਿਚਕਾਰ ਤੁਸੀਂ ਦੇਖੋਗੇ ਇਹ ਡਿਸਕ ਹੈ, ਆਹ ਵਾਲਾ ਆਹ ਵਾਲਾ ਆਹ ਵਾਲਾ, ਇੱਧਰ ਇੱਧਰ ਇੱਧਰ। ਹੁਣ ਤੁਸੀਂ ਦੇਖੋਗੇ ਨਾਰਮਲ ਡਿਸਕ ਹੁੰਦਾ, ਇਹ ਨਾਰਮਲ ਡਿਸਕ ਹੈ ਜਿਹੜਾ ਮੈਂ ਪੁਆਇੰਟ ਕਰ ਰਿਹਾ। ਇਹ ਵਿੱਚ ਔਰੇਂਜ ਹੈ, ਆਲੇ ਦੁਆਲੇ ਬਲੂ ਹੈ, ਸਾਈਡਸ ਤੇ ਬਲੈਕ ਹੈ। ਇੱਦਾਂ ਹੀ ਇਹ ਵਾਲਾ, ਇੱਦਾਂ ਹੀ ਇਹ ਵਾਲਾ। ਇਹ ਤੁਸੀਂ ਦੇਖੋਗੇ ਇਹ ਬਲੂ ਹੋ ਗਿਆ, ਬਲੂ ਬਲੈਕ, ਇਹ ਵੀ ਬਲੂ ਬਲੈਕ, ਇਹ ਵੀ ਬਲੂ ਬਲੈਕ ਹੋ ਗਿਆ। ਸੋ ਡਿਸਕ ਦਾ ਕੰਮ ਹੁੰਦਾ ਹੈ ਕਿ ਜਿੱਦਾਂ ਕਿ ਤੁਸੀਂ ਜੰਪ ਕਰ ਰਹੇ ਹੋ, ਤੁਰ ਰਹੇ ਹੋ, ਇਹ ਮਣਕੇ ਇੱਕ ਦੂਜੇ ਨੂੰ ਵਧਣਾ ਚਾਹੁੰਦੇ ਨੇ। ਸੋ ਇਹ ਸ਼ੌਕ ਐਬਜ਼ੌਰਬਰ, ਜਿੱਦਾਂ ਸ਼ੌਕ ਹੁੰਦਾ ਗੱਡੀ ਦਾ ਕਿ ਉਹ ਸ਼ੌਕ ਸਹਿ ਲੈਂਦਾ, ਸੋ ਇਹ ਸ਼ੌਕ ਐਬਜ਼ੌਰਬਰ ਦਾ ਕੰਮ ਕਰਦੇ। ਹੁਣ ਇਹ ਬਲੈਕ ਹੋ ਗਿਆ, ਬਲੂ ਬਲੈਕ ਹੋ ਗਿਆ, ਇਹਦਾ ਮਤਲਬ ਇਹ ਸ਼ੌਕ ਸਹਿ ਕੇ ਇਹ ਹੁਣ ਡੈਡ ਹੋ ਗਏ ਨੇ, ਖਤਮ ਹੋ ਗਏ ਨੇ। ਜਿੱਦਾਂ ਸ਼ੌਕਰ ਖਰਾਬ ਹੋ ਜਾਂਦਾ ਗੱਡੀ ਦਾ, ਉੱਦਾਂ ਹੀ ਇਹ ਵਾਲੇ ਵੀ ਤੁਸੀਂ ਕਹਿ ਸਕਦੇ ਹੋ ਕਿ ਇਹ ਜਿਹੜਾ ਡਿਸਕ ਹੈ ਇਹ ਖਰਾਬ ਹੋ ਗਿਆ। ਸੋ ਇਹ ਪਰ ਤੁਸੀਂ ਦੇਖੋਗੇ ਜਿਹੜੇ 2 ਡਿਸਕ ਨੇ ਇਹ ਤਾਂ ਆਪਣੀ ਜਗ੍ਹਾ ਤੇ ਨੇ। ਇਹਦਾ ਮਤਲਬ ਇਹ ਹਾਲੇ ਵੀ ਆਪਣਾ ਥੋੜਾ ਬਹੁਤਾ ਕੰਮ ਕਰ ਰਹੇ ਨੇ, ਇਹ ਬਿਲਕੁਲ ਡੈਡ ਨਹੀਂ ਹੋਏ। ਇਹ ਵਾਲਾ ਆਪਣੀ ਜਗ੍ਹਾ ਤੇ ਹੈ, ਇਹ ਵਾਲਾ ਆਪਣੀ ਜਗ੍ਹਾ ਤੇ ਹੈ। ਇੱਧਰੋਂ ਤੁਸੀਂ ਦੇਖੋਗੇ ਇਹ ਡਿਸਕ ਨਿਕਲ ਕੇ ਬਾਹਰ ਨੂੰ ਇਹ ਨਰਵਸ ਆ ਰਹੀ ਸੀ, ਜਿਹੜੀ ਮੈਂ ਬਲੂ 'ਚ ਦੱਸੀਆਂ ਸੀਗੀਆਂ, ਮਿਲੀਅਨਸ ਆਫ ਨਰਵਸ ਆ ਰਹੀਆਂ, ਇਹ ਇਹਨਾਂ ਨੂੰ ਪ੍ਰੈਸ ਕਰਦਾ ਹੈ। ਹੁਣ ਇਹ ਨਰਵ ਇੰਨੀ ਜ਼ਿਆਦਾ ਪ੍ਰੈਸ ਹੋ ਗਈ ਕਿ ਇਹ ਪਿਚਕ ਹੀ ਗਈ ਹੈ। ਆਹ ਦੇਖੋ ਇਹ ਥੋੜੀ ਜਿਹੀ ਕੰਟੀਨਿਊਟੀ ਰਹਿ ਗਈ ਤੇ ਥੱਲੇ ਫਿਰ ਨਾਰਮਲ ਹੈ। ਸੋ ਇਹਦਾ ਮਤਲਬ ਇਹ ਜਿਹੜਾ ਪੇਸ਼ੈਂਟ ਹੈ ਇਹਨੂੰ ਬਹੁਤ ਹੀ ਜ਼ਿਆਦਾ ਪੇਨ ਹੋਣੀ ਹੈ, ਜਾਂ ਲੱਤਾਂ ਦੀ ਪੈਰਾਲਿਸਿਸ ਹੋਣਾ ਹੈ, ਜਾਂ ਲੱਤਾਂ ਸੌ ਗਈਆਂ ਹੋਣੀਆਂ, ਜਾਂ ਟੱਟੀ ਪਿਸ਼ਾਬ ਦਾ ਵੀ ਸਰਕਲ ਬੰਦ ਹੋ ਗਿਆ ਹੋਣਾ ਹੈ। ਸੋ ਮਤਲਬ ਮੈਂ ਗੈਸ ਕਰ ਸਕਦਾ ਇੰਨਾ ਵੱਡਾ ਡਿਸਕ ਤੇ ਇਹਦੇ 'ਚ ਪੇਸ਼ੈਂਟ ਨੂੰ ਕੀ ਪ੍ਰੋਬਲਮ ਹੋਣੀ ਹੈ। ਹੁਣ ਜੇ ਮੈਨੂੰ ਮੂਵ ਕਰਾਂ ਰਾਈਟ ਐਂਡ ਲੈਫਟ ਸਾਈਡ, ਇਹ ਮੈਂ ਦਿਖਾਣਾ ਰਾਈਟ ਸਾਈਡ ਦਾ, ਇਹ ਰਾਈਟ ਸਾਈਡ। ਸੋ ਰਾਈਟ ਸਾਈਡ ਤੇ ਆਹੀ ਡਿਸਕ ਥੋੜਾ ਜਿਹਾ ਹੈਗਾ। ਹੁਣ ਮੈਂ ਜਾਣਾ ਪੂਰੇ ਰਾਈਟ, ਫਾਰ ਰਾਈਟ ਆ ਗਿਆ। ਹੁਣ ਮੈਂ ਦਿਖਾਣਾ ਮਿਡਲ, ਆ ਮਿਡਲ ਆ ਗਿਆ। ਹੁਣ ਮੈਂ ਜਾਣਾ ਲੈਫਟ ਸਾਈਡ, ਆ ਲੈਫਟ ਸਾਈਡ। ਸੋ ਇਸ ਪੇਸ਼ੈਂਟ ਦੇ ਲੈਫਟ ਸਾਈਡ ਤੇ ਰਾਈਟ ਮਿਡਲ 'ਚ ਇਹ ਡਿਸਕ ਹੈਗਾ ਜਿਹਨੇ ਨਰਵ ਨੂੰ ਪੂਰਾ ਹੀ ਬੰਦ ਕੀਤਾ ਹੋਇਆ, ਬਾਕੀ ਜਗ੍ਹਾ ਨਾਰਮਲ ਹੈ। ਹੁਣ ਮੈਂ ਤੁਹਾਨੂੰ ਦਿਖਾਇਆ ਸੀਗਾ ਨਰਵਸ ਕਿੱਥੇ ਕਿੱਥੇ ਨਿਕਲਦੀਆਂ ਹਰ ਲੈਵਲ ਤੇ। ਸੋ ਇਹ ਨਰਵ ਨਿਕਲ ਰਹੀ ਹੈ ਜਿਹੜੀ ਅੱਗੇ ਨੂੰ ਆ ਜਾਊਗੀ, ਇੱਧਰੋਂ ਇਹ ਨਰਵ ਨਿਕਲ ਰਹੀ ਹੈ, ਇਹ ਅੱਗੇ ਨੂੰ ਆ ਜਾਊਗੀ, ਇੱਧਰੋਂ ਇਹ ਨਰਵ ਨਿਕਲ ਰਹੀ ਹੈ, ਇਹ ਅੱਗੇ ਨੂੰ ਆ ਜਾਊਗੀ। ਹਰ ਲੈਵਲ ਤੇ ਇੱਕ ਨਰਵ ਨਿਕਲ ਜਾਂਦੀ ਹੈ ਅੱਗੇ ਨੂੰ। ਇਹ ਡਿਸਕ ਵੀ ਖਰਾਬ ਹੋ ਗਿਆ ਪਰ ਇਹ ਨਰਵ ਨੂੰ ਪ੍ਰੈਸ ਨਹੀਂ ਕਰ ਰਿਹਾ, ਨਾੜ ਨੂੰ ਪ੍ਰੈਸ ਨਹੀਂ ਕਰਦਾ। ਇਹ ਡਿਸਕ ਵੀ ਖਰਾਬ ਹੋ ਗਿਆ ਪਰ ਨਾੜ ਨੂੰ ਪ੍ਰੈਸ ਨਹੀਂ ਕਰ ਰਿਹਾ। ਇਹਨੂੰ ਡਿਸਕ ਡੀਜਨਰੇਸ਼ਨ ਕਹਿੰਦੇ ਆ, ਇਹਨੂੰ ਡਿਸਕ ਡੈਸਿਕੇਸ਼ਨ ਕਹਿੰਦੇ ਆ, ਇਹਨੂੰ ਡੀਜਨਰੇਟਿਵ ਡਿਸਕ ਡਿਜ਼ੀਜ਼ ਕਹਿੰਦੇ ਨੇ। ਇਹ ਅਸੀਂ ਪ੍ਰੋਲੈਪਸ ਡਿਸਕ ਕਹਿੰਦੇ ਆ, ਐਕਸਟਰੂਡਡ ਡਿਸਕ। ਇਹ ਜਿਹੜਾ ਫਰੈਗਮੈਂਟ ਹੈ ਇਹ ਬਾਹਰ ਨਿਕਲ ਕੇ ਇੱਧਰ ਮੇਨ ਜਿਹੜੀ ਪਾਈਪ ਸੀਗੀ ਕਿਨਾਰ ਉਹਦੇ 'ਚ ਪਿਆ ਹੋਇਆ ਤੇ ਨਰਵਸ ਨੂੰ ਕੰਪਰੈਸ ਕਰ ਰਿਹਾ। ਹੁਣ ਮੈਂ ਦੂਜਾ ਸੈਕਸ਼ਨ ਦਿਖਾਉਣਾ, ਕੱਟ ਸੈਕਸ਼ਨ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ। ਆਹ ਕੱਟ ਸੈਕਸ਼ਨ ਜਿਹੜੀ ਮੈਂ ਪਾਈਪ ਬਣਾ ਕੇ ਦੱਸੀ ਸੀ ਨਾ ਜਿਹਦੇ 'ਚ ਨਰਵਸ ਜਾਂਦੀਆਂ, ਮੈਂ ਤੁਹਾਨੂੰ ਕਲੀਅਰ ਦਿਖਾਉਣਾ ਇਹਦੇ 'ਚ। ਹਾਂਜੀ ਇਹ ਮੈਂ ਦੱਸਿਆ ਸੀ ਬੋਡੀ ਹੈ ਉਹ ਮਣਕੇ ਦੀ, ਇਹ ਕਨਕੇਵ ਬਣ ਗਿਆ ਇੱਦਾਂ ਦਾ। ਇਹ ਹੱਡੀ ਬਣ ਕੇ ਪਿੱਛੇ ਆ ਕੇ ਇਹ ਇੱਕ ਪਾਈਪ ਜੀ ਬਣ ਗਈ ਤਿਕੋਣੀ ਜੀ। ਇਹ ਜਿਹੜੀ ਹੈਗੀ ਛੋਟੀ ਛੋਟੀ ਬਰੀਕ ਬਰੀਕ ਨਾੜਾਂ ਹੈਗੀਆਂ। ਇਹ ਹੱਡੀ ਪਿੱਛੇ ਇਹ ਸਕਿਨ ਹੈ, ਤੁਸੀਂ ਇੱਧਰੋਂ ਇਹ ਹੱਡੀ ਫੀਲ ਕਰ ਸਕਦੇ ਹੋ, ਤੁਸੀਂ ਇਹਨੂੰ ਫੀਲ ਨਹੀਂ ਕਰ ਸਕਦੇ। ਸਿਰਫ ਇਹਨਾਂ ਪਾਰਟ ਫੀਲ ਕਰ ਸਕਦੇ ਹੋ ਜਿਹੜਾ ਤੁਸੀਂ ਦਬ ਕੇ, ਕਈ ਵਾਰੀ ਦੇਸੀ ਬੰਦੇ ਹੁੰਦੇ ਆ ਉਹ ਦਬਾ ਕੇ ਕਹਿੰਦੇ ਮਣਕਾ ਸੈੱਟ ਕਰਤਾ, ਉਹ ਇਸ ਹੱਡੀ ਤੱਕ ਟੱਚ ਕਰ ਸਕਦੇ ਆ। ਉਹ ਕਿਸੇ ਵੀ ਤਰੀਕੇ ਇੱਧਰ ਨੂੰ ਇਹਨੂੰ ਟੱਚ ਨਹੀਂ ਕਰ ਸਕਦੇ। ਇਹ ਮੇਨ ਮਣਕਾ ਹੈ, ਇਹ ਸਿਰਫ ਹੱਡੀ ਦਾ ਪਾਰਟ ਹੁੰਦਾ। ਸੋ ਹੋਰ ਥੱਲੇ ਜਾਈਏ ਆਪਾਂ, ਇਹ ਮੈਂ ਥੱਲੇ ਜਾ ਰਿਹਾ।
ਹੁਣ ਤੁਸੀਂ ਦੇਖੋਗੇ ਇਹ ਇਧਰੋਂ ਲੈਫਟ ਸਾਈਡ ਤੇ ਡਿਸਕ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਇਹ ਰਾਈਟ ਸਾਈਡ ਹੈ, ਇਹ ਲੈਫਟ ਸਾਈਡ ਹੈ, ਰਾਈਟ ਲੈਫਟ। ਸੋ ਇਹ ਲੈਫਟ ਸਾਈਡ ਤੇ ਡਿਸਕ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਜਿਹੜੀ ਸਾਰੀ ਨਸਾਂ ਸੀ ਗਿਆ ਉਹ ਪਿਚਕ ਕੇ ਇਧਰ ਨੂੰ ਆ ਗਈਆਂ ਰਾਈਟ ਸਾਈਡ ਤੇ। ਆਹ ਦੇਖੀ ਜਾਓ ਤੁਸੀਂ, ਮੈਂ ਹੋਰ ਥੱਲੇ ਜਾ ਰਿਹਾ। ਇੰਨਾ ਵੱਡਾ ਡਿਸਕ ਨਿਕਲਿਆ, ਨਸਾਂ ਇੱਥੇ ਪਿਚਕ ਗਈਆਂ। ਇਹ ਪੂਰਾ ਇੰਨਾ ਵੱਡਾ ਡਿਸਕ ਆ ਗਿਆ ਬਾ ਲੈਫਟ ਸਾਈਡ ਤੇ। ਇੰਨਾ ਵੱਡਾ ਡਿਸਕ ਹੈ ਕਿ ਮੈਂ ਹੁਣ ਇਹਦੇ ਚ ਨਸਾਂ ਦੱਸ ਹੀ ਨਹੀਂ ਸਕਦਾ ਕਿ ਨਸਾਂ ਕਿੱਥੇ ਗਈਆਂ। ਨਸਾਂ ਪੂਰੀ ਪਿਚਕ ਗਈਆਂ। ਸੋ ਡਿਸਕ ਇੰਨਾ ਵੱਡਾ ਫ੍ਰੈਗਮੈਂਟ ਡਿਸਕ ਦਾ ਕਿ ਇਹ ਬਾਹਰ ਨਿਕਲ ਕੇ ਉਹਨੇ ਨਸਾਂ ਨੂੰ ਪੂਰਾ ਹੀ ਦਬਾਤਾ, ਪਿਚਕ ਗਈ। ਮੈਂ ਇਹ ਰਿਹਾ ਡਿਸਕ ਇੰਨਾ ਵੱਡਾ, ਉਹ ਮੈਨੂੰ ਨਹੀਂ ਪਤਾ ਇੱਥੇ ਨਸਾਂ ਕਿੱਥੇ ਹੈਗੀਆਂ, ਮੈਂ ਦੇਖ ਨਹੀਂ ਸਕਦਾ। ਆਹ ਦੇਖੋ ਇੰਨਾ ਵੱਡਾ ਡਿਸਕ, ਇਹ ਪੂਰਾ ਹੀ ਬਲੂ ਹੋ ਗਿਆ। ਹੁਣ ਹੋਰ ਥੱਲੇ ਜਾ ਰਹੇ ਹਾਂ। ਹੁਣ ਇਸ ਲੈਵਲ ਤੇ ਆਹ ਨਸਾਂ ਦਿਖਣੀਆਂ ਸ਼ੁਰੂ ਹੋ ਗਿਆ ਮੈਨੂੰ। ਸੋ ਆ ਰਹੀ ਨਸਾਂ, ਆਹ ਡਿਸਕ ਦਾ ਥੋੜਾ ਜਿਹਾ ਆ ਗਿਆ। ਹੁਣ ਮੈਂ ਦੇਖ ਸਕਦਾ ਨਸਾਂ ਆ ਗਈਆਂ। ਇਹ ਬਿਲਕੁਲ ਥੱਲੇ ਟੇਲ ਬੋਨ ਲੈਵਲ ਤੇ ਪਹੁੰਚ ਗਿਆ ਆਪਾਂ, ਇੱਥੇ ਨਾਰਮਲ ਆ ਗਈਆਂ ਨਸਾਂ। ਸੋ ਫਿਰ ਤਾਂ ਮੈਂ ਨੀਚੇ ਉੱਪਰ ਨੂੰ ਜਾ ਰਿਹਾ, ਹੁਣ ਉੱਤੇ ਨੂੰ ਜਾਂਦਾ ਪਿਆ। ਆਹ ਡਿਸਕ ਫ੍ਰੈਗਮੈਂਟ ਨਜ਼ਰ ਆ ਗਿਆ ਮੈਨੂੰ, ਆ ਰਿਹਾ ਡਿਸਕ। ਇਹ ਨਸਾਂ ਪਿਚਕਣੀਆਂ ਸ਼ੁਰੂ ਹੋ ਗਈਆਂ। ਹੋਰ ਉੱਤੇ ਜਾਈਏ, ਆਹ ਪੂਰੀ ਨਸਾਂ ਪਿਚਕ ਗਈਆਂ। ਆਹ ਪੂਰੀ ਬੰਦ ਹੋ ਗਈ। ਹੁਣ ਮੈਨੂੰ ਨਸਾਂ ਨਜ਼ਰ ਨਹੀਂ ਆ ਰਹੀਆਂ ਕਿੱਥੇ ਗਈਆਂ, ਆ ਰਹੀ। ਸੋ ਜੇ ਮੈਂ ਤੁਹਾਨੂੰ ਕੋਰਿਲੇਟ ਕਰਕੇ ਦੱਸਾਂ, ਲੈਟਸ ਸੀ दोनों लेवल्स में कोरिलेट करना। आज सीधा इधर कलर मैं दोनों चेंज करके दसना कलर आ गया। This one I guess should be it. This one, yeah, here. So आ गया। So इस लेवल पे आ देखो थोड़ा जिहा मैं कैमरा ਨੂੰ ਐਡਜਸਟ ਕਰਦਾ। ਹਾਂ ਇਸ ਲੈਵਲ ਤੇ ਇਨਲਾਰਜ ਮੈਂ ਕਰ ਦੇਣਾ ਸਾਰੇ ਆ ਤੇ ਇਹਨਾਂ ਨੂੰ ਇਨਲਾਰਜ ਕਰ ਦੇਣਾ। ਸੋ ਇਹ ਰਿਹਾ ਬਲੂ ਪੂਰਾ ਡਿਸਕ ਆ ਰਿਹਾ ਲੈਫਟ ਸਾਈਡ ਐਂਡ ਸੈਂਟਰ। ਉਹ ਉਸੇ ਲੈਵਲ ਤੇ ਮੈਂ ਕੋਰਿਲੇਟ ਕਰਕੇ ਦੱਸ ਰਿਹਾ। ਆ ਰਿਹਾ ਡਿਸਕ ਇਸ ਲੈਵਲ ਤੇ ਕੱਟ ਲਿਆ ਹੋਇਆ, ਇਸ ਲੈਵਲ ਤੇ ਇਹ ਸ਼ੋ ਹੁੰਦਾ ਪਿਆ। ਤੇ ਇਹ ਪਿੱਛੇ ਜਿਹੜਾ ਮੈਂ ਦੱਸਿਆ ਇੰਨੀ ਜੀ ਨਾੜ ਰਹਿ ਗਈ ਹੈ, ਉਹ ਇੱਥੇ ਹੈ, ਇਹ ਰਹੀ ਇੰਨੀ ਜੀ ਨਾੜ ਰਹਿ ਗਈ ਬਸ। ਬਾਕੀ ਇੰਨਾ ਸਾਰਾ ਡਿਸਕ ਆ ਗਿਆ। ਇਹਨੇ ਨਾੜ ਨੂੰ ਇੰਨਾ ਪਿਚਕਾਤਾ ਹੈ ਕਿ ਮੈਂ ਦੱਸ ਨਹੀਂ ਸਕਦਾ ਕਿ ਹੁਣ ਨਾੜਾ ਕਿੱਥੇ ਹੈਗੀ ਹੈ। ਸੋ ਜੇ ਮੈਂ ਹੋਰ ਉੱਤੇ ਜਾਵਾਂ, ਜੇ ਮੈਂ ਹੋਰ ਉੱਤੇ ਜਾਵਾਂ, ਆਹ ਦੇਖੋ ਆਹ ਡਿਸਕ ਥੋੜਾ ਜਿਹਾ ਕੱਟ ਗਿਆ। ਹੋਰ ਤੇ ਜਾਵਾਂ, ਆਹ ਨਾੜਾਂ ਨਜ਼ਰ ਆਉਣੀ। ਇਹ ਇਸ ਲੈਵਲ ਤੇ ਕੋਈ ਕੰਪਰੈਸ਼ਨ ਨਹੀਂ ਹੈ। ਸੋ ਇਸ ਲੈਵਲ ਤੇ ਮੈਨੂੰ ਨਾੜਾਂ ਨਜ਼ਰ ਆਉਣੀ ਸ਼ੁਰੂ ਹੋ ਗਈਆਂ। ਆਹ ਇੱਥੇ ਨਾਰਮਲ ਆ ਗਿਆ, ਆਹ ਨਾਰਮਲ ਨਾੜਾ ਨਾਰਮਲ ਨਜ਼ਰ ਆ ਗਿਆ ਮੈਨੂੰ। ਜੇ ਮੈਂ ਥੱਲੇ ਜਾਵਾਂ, ਆਹ ਦੇਖੋ ਆਹ ਡਿਸਕ ਆ ਗਿਆ, ਆਹ ਡਿਸਕ ਆ ਗਿਆ, ਆਹ ਡਿਸਕ ਆ ਗਿਆ। ਇੱਧਰ ਨਾਰਮਲ ਹੋ ਜਾਣੀ ਚਾਹੀਦੀ ਹੈ, ਇਹ ਨਾਰਮਲ ਆ ਗਿਆ, ਇਹ ਨਾਰਮਲ ਆ ਗਿਆ। ਇੱਥੇ ਕੋਈ ਕੰਪਰੈਸ਼ਨ ਨਹੀਂ ਹੈ, ਇਹ ਨਾਰਮਲ ਆ ਗਿਆ। ਸੋ ਇਹ ਫਾਇਦਾ ਹੈ ਸਟੈਂਡਿੰਗ MRI ਦਾ। ਜੇ ਮੇਰੇ ਕੋਲ MRI ਸਟੈਂਡਿੰਗ ਹੈਗੀ ਹੈ ਤੇ ਜਿਸ ਟਾਈਮ ਵੇਟ ਪੈਂਦਾ ਪੇਸ਼ੈਂਟ ਦਾ, ਤੇ ਮੈਂ ਦੱਸ ਸਕਦਾ ਕਿ ਵੀ ਡਿਸਕ ਕਿੰਨਾ ਬਾਹਰ ਨਿਕਲ ਗਿਆ। ਜੇ ਪੇਸ਼ੈਂਟ ਲੇਟਾ ਹੋਏ ਤੇ ਕਈ ਵਾਰੀ ਫਿਰ ਨਜ਼ਰ ਨਹੀਂ ਆਉਂਦਾ ਕਿ ਡਿਸਕ ਵਾਪਸ ਆਪਣੇ ਕਈ ਵਾਰੀ ਥੋੜਾ ਜਿਹਾ ਪਿੱਛੇ ਨੂੰ ਚਲੇ ਜਾਂਦਾ ਹੈ। ਮੈਂ ਦੱਸ ਨਹੀਂ ਸਕਦਾ ਕਿ ਵੀ ਡਿਸਕ ਐਕਚੁਅਲੀ ਕਿੰਨਾ ਵੱਡਾ ਹੈ ਤੇ ਇਹ ਕਿੱਥੇ ਤੱਕ ਕੰਪਰੈਸ਼ਨ ਦੇ ਰਿਹਾ। ਜਿਸ ਟਾਈਮ ਵੇਟ ਪੈਣਾ ਹੈ, ਪੇਸ਼ੈਂਟ ਦਾ ਵੇਟ ਪੈਣਾ, ਮਣਕਿਆਂ ਨੇ ਪ੍ਰੈਸ ਹੋਣਾ, ਉਸ ਟਾਈਮ ਐਕਚੁਅਲ ਪੋਜੀਸ਼ਨ ਪਤਾ ਚੱਲਦਾ ਕਿ ਡਿਸਕ ਦੀ ਕਿੰਨੀ ਹੈਗੀ ਹੈ, ਕਿੰਨਾ ਬਾਹਰ ਨਿਕਲਿਆ ਹੋਇਆ ਤੇ ਇਹ ਕਿੰਨਾ ਨਰਵ ਨੂੰ ਕੰਪਰੈਸ ਕਰਦਾ ਪਿਆ। ਸੋ ਸਟੈਂਡਿੰਗ MRI ਬਹੁਤ ਜ਼ਰੂਰੀ ਹੈ ਸਪਾਈਨ ਦੇ ਆਪਰੇਸ਼ਨ ਲਈ ਜਾਂ ਸਪਾਈਨ ਦੀ ਟ੍ਰੀਟਮੈਂਟ ਲਈ, ਜਾਂ ਜੇ ਮੈਂ ਪਲਾਨ ਕਰਨਾ ਕਿ ਪੇਸ਼ੈਂਟ ਨੂੰ ਮੈਂ ਕਿੱਦਾਂ ਠੀਕ ਕਰਨਾ। ਨਾ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹ ਪੇਸ਼ੈਂਟ ਸੀਗਾ ਜਿਹੜਾ ਇਹ ਆਇਆ ਸੀਗਾ ਸਾਡੇ ਕੋਲ, ਮਿਸਟਰ ਸੁਭਾਸ਼ ਹੈਗੇ। ਇਹਨਾਂ ਦੀ ਮੈਂ ਇੰਟਰਵਿਊ ਤੁਹਾਨੂੰ ਦੱਸੂੰਗਾ। ਇਹ ਮੇਰੇ ਕੋਲ ਆਏ ਸੀਗੇ ਬਹੁਤ ਪੇਨ 'ਚ, ਇਹ ਖੜਾ ਵੀ ਨਹੀਂ ਹੋ ਸਕ ਰਿਹਾ ਸੀਗਾ ਤੇ ਇਹਨੂੰ ਇੰਨੀ ਪੇਨ ਸੀਗੀ ਕਿ ਟੀਕੇ ਵੀ ਕੰਮ ਨਹੀਂ ਕਰ ਰਹੇ ਸੀਗੇ। ਸੋ ਇਸ ਇੰਨੇ ਵੱਡੇ ਡਿਸਕ ਦਾ ਮੈਂ ਹੋਰ ਕੁਝ ਨਹੀਂ ਕਰ ਸਕਦਾ। ਜਾਂ ਤੇ ਮੈਂ ਇਹਨੂੰ ਕੱਢਣਾ ਹੈਗਾ, ਇਹ ਦਵਾਈ ਨਾਲ ਮੈਂ ਡਿਜ਼ੋਲਵ ਨਹੀਂ ਕਰ ਸਕਦਾ। ਇਹਦਾ ਮੇਰੇ ਕੋਲ ਹੋਰ ਕੋਈ ਤਰੀਕਾ ਨਹੀਂ, ਕੋਈ ਫਿਜ਼ੀਓਥੈਰੇਪੀ ਨਹੀਂ, ਮੈਂ ਤਾਂ ਕੁਝ ਨਹੀਂ ਕਰ ਸਕਦਾ। ਸੋ ਇਹ ਪੇਸ਼ੈਂਟ ਦਾ ਮੈਂ ਐਂਡੋਸਕੋਪਿਕ ਸਟਿਚਲੈਸ ਸਪਾਈਨ ਸਰਜਰੀ ਕੀਤੀ ਤੇ ਮੈਂ 1 ਘੰਟੇ ਬਾਅਦ ਪੇਸ਼ੈਂਟ ਨੂੰ ਖੜੇ ਕਰਤਾ। ਜੋ ਪੇਸ਼ੈਂਟ ਨੇ ਕਹਿਣਾ ਹੈ ਉਹ ਤੁਸੀਂ ਆਪੇ ਸੁਣ ਲਓਗੇ ਨੈਕਸਟ ਵੀਡੀਓ 'ਚ ਕਿ ਪੇਸ਼ੈਂਟ ਕਿੰਨਾ ਰਿਕਵਰੀ ਹੈ ਤੇ ਪੇਸ਼ੈਂਟ ਦੇ ਕੀ ਵਿਊਜ਼ ਨੇ ਆਪਰੇਸ਼ਨ ਬਾਰੇ, ਤੇ ਤੁਰ ਕੇ ਦਿਖਾਊਗਾ 1 ਘੰਟੇ ਬਾਅਦ ਪੇਨਲੈਸ ਕਿ ਉਹਨੂੰ ਪੇਨ ਹੈਗੀ ਕਿ ਨਹੀਂ, ਐਂਡ ਇਜ਼ ਹੀ ਸੈਟਿਸਫਾਈਡ ਔਰ ਇਜ਼ ਨਾਟ ਸੈਟਿਸਫਾਈਡ।